ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰ ਝਾਤ ਦਾ ਲੇਖ ਹੈ ਚਲਦਿਆਂ ਚਲਦਿਆਂ। ਸਕੂਲ ਵਿੱਚ ਜਦੋਂ ਮੈਂ ਚੌਥੀ ਜਮਾਤ ਦਾ ਵਿਦਿਆਰਥੀ ਸਾਂ ਤੇ ਇੱਕ ਦਿਨ ਅਚਾਨਕ ਹੀ ਸਾਡੇ ਧਾਰਮਿਕ ਵਿਸ਼ੇ ਦੇ ਮਾਸਟਰ ਜੀ ਕਲਾਸ ਵਿੱਚ ਨਜ਼ਰ ਦੀਆਂ ਐਨਕਾਂ ਲਾ ਕੇ ਆ ਗਏ। ਮੈਂ ਰੱਬ ਦੀ ਸਹੁੰ ਖਾ ਕੇ ਕਹਿੰਦਾ ਕਿ ਮੈਂ ਕੇਵਲ ਪ੍ਰਸ਼ੰਸਾ ਭਰੀ ਭਾਵਨਾ ਨਾਲ ਹੀ ਉਹਨਾਂ ਨੂੰ ਕਿਹਾ ਸੀ, ਮਾਸਟਰ ਜੀ ਅੱਜ ਐਨਕਾਂ ਨਾਲ ਤੁਸੀਂ ਪੜ੍ਹੇ ਲਿਖੇ ਲੱਗਦੇ ਹੋ, ਐਨਕਾਂ ਰੋਜ਼ ਲਾਇਆ ਕਰੋ। ਪਰ ਉਹਨਾਂ ਨੇ ਆਪਣੀ ਸਹਿਨਸ਼ੀਲਤਾ ਦਾ ਵਿਸ਼ਾਲ ਸਬੂਤ ਦਿੰਦੇ ਹੋਏ ਮੈਨੂੰ ਖੜਾ ਕਰ ਲਿਆ ਤੇ ਮੇਰੇ ਮੋਢੇ ਦੀ ਨਾਜ਼ੁਕ ਹੱਡੀ ਨਾਲ ਮੇਰੇ ਨਾਲੋਂ ਲੰਮੇ ਆਪਣੇ ਹੱਥ ਵਿੱਚ ਫੜੇ ਡੰਡੇ ਦੀ ਮਜ਼ਬੂਤੀ ਪਰਖਣ ਲੱਗ ਪਏ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਆਪਣੇ ਪੜ੍ਹੇ ਲਿਖੇ ਹੋਣ ਦਾ ਸਬੂਤ ਇਉਂ ਕਿਉਂ ਦੇ ਰਹੇ ਸਨ। ਉਹਨਾਂ ਨੇ ਤਾਂ ਨਹੀਂ, ਪਰ ਉਹਨਾਂ ਦੇ ਡੰਡੇ ਨੇ ਮੇਰੇ ਮੋਢੇ ਦੀ ਹੱਡੀ ਤੋੜ ਦਿੱਤੀ ਤੇ ਮੈਨੂੰ ਜੀਵਨ ਭਰ ਲਈ ਕਿਸੇ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਦੇ ਪੱਖੋਂ ਨਕਾਰਾ ਕਰ ਦਿੱਤਾ। ਉਦੋਂ ਮੈਨੂੰ ਰੱਬ ਤੋਂ ਬਿਲਕੁਲ ਕੋਈ ਡਰ ਨਹੀਂ ਸੀ ਲੱਗਦਾ, ਪਰ ਇਸ ਮਾਸਟਰ ਜੀ ਤੋਂ ਬਹੁਤ ਭੈ ਆਉਂਦਾ ਸੀ। ਜਿਹੜੇ ਹੋਰ ਵਿਦਿਆਰਥੀ ਉਹਨਾਂ ਤੋਂ ਭੈ ਖਾਂਦੇ ਸਨ, ਉਹੀ ਮੇਰੇ ਮੁੱਢਲੇ ਦੋਸਤ ਬਣੇ। ਇਵੇਂ ਮੈਨੂੰ ਜ਼ਿੰਦਗੀ ਦੇ ਬਹੁਤ ਮਿੱਠੇ ਦੋਸਤ ਇਸ ਕੌੜੇ ਅਨੁਭਵ ਵਿੱਚੋਂ ਮਿਲੇ। ਕਈ ਵਾਰੀ ਮਾਸਟਰ ਜੀ ਸਾਨੂੰ ਤਿੰਨਾਂ ਨੂੰ ਇੱਕੋ ਬੈਂਚ ਉੱਤੇ ਖੜਾ ਕਰਕੇ ਮੱਛਰਦਾਨੀ ਵਾਲੀ ਲੰਮੀ ਸੋਟੀ ਨਾਲ 6 ਮਾਸੂਮ ਗੋਡਿਆਂ ਉੱਤੇ ਇੱਕੋ ਹੰਬਲੇ ਵਿੱਚ ਕਰਾਰੀ ਸੱਟ ਮਾਰਦੇ ਸਨ। ਅੰਤਾਂ ਦੀ ਪੀੜ ਹੋਣ ਦੇ ਬਾਵਜੂਦ ਅਸੀਂ ਉਹਨਾਂ ਦੇ ਇਸ ਲਾਸਾਨੀ ਹੁਨਰ ਦੀ ਦਾਦ ਦਿੱਤੇ ਬਿਨਾਂ ਨਹੀਂ ਸਾਂ ਰਹਿੰਦੇ। ਜ਼ਿੰਦਗੀ ਵਿੱਚ ਖਿੜੇ ਮੱਥੇ ਕੁੱਟ ਖਾਣ ਦੀ ਯੋਗਤਾ ਮੈਨੂੰ ਉਹਨਾਂ ਤੋਂ ਹੀ ਮਿਲੀ ਸੀ। ਭਾਵੇਂ ਮੇਰਾ ਮੋਢਾ ਤਾਂ ਸਦਾ ਹੀ ਕਮਜ਼ੋਰ ਰਿਹਾ ਹੈ, ਪਰ ਜ਼ਿੰਮੇਵਾਰੀਆਂ ਮੈਨੂੰ ਕਈ ਚੁੱਕਣੀਆਂ ਪਈਆਂ ਸਨ। ਕਾਲਜ ਪੜ੍ਹਦਿਆਂ ਮੈਂ ਇੱਕ ਕਵੀ ਦਰਬਾਰ ਕਰਵਾਉਣ ਦੀ ਜ਼ਿੰਮੇਵਾਰੀ ਚੁੱਕ ਲਈ। ਜਿਵੇਂ ਘਰ ਮੁੰਡਾ ਹੋਣ ਉੱਤੇ ਵਧਾਈ ਦੇਣ ਵਾਲਿਆਂ ਨੂੰ ਕੋਈ ਦੱਸਣ ਨਹੀਂ ਜਾਂਦਾ, ਉਹ ਆਪੇ ਹੀ ਆ ਜਾਂਦੇ ਹਨ, ਉਵੇਂ ਪਤਾ ਨਹੀਂ ਕਿਵੇਂ ਅਨੇਕਾਂ ਕਵੀ ਆ ਜੁੜੇ, ਪਰ ਸਰੋਤੇ ਲੱਭਿਆ ਨਹੀਂ ਸਨ ਲੱਭ ਸਕੇ। ਜਦੋਂ ਕਵੀ ਦਰਬਾਰ ਮੁਲਤਵੀ ਹੁੰਦਾ ਹੁੰਦਾ ਆਖਰ ਸ਼ੁਰੂ ਹੋਇਆ ਤਾਂ ਕਵੀਆਂ ਨਾਲੋਂ ਸਰੋਤੇ ਭਾਵੇਂ ਘੱਟ ਸਨ, ਪਰ ਕਵੀ ਦਰਬਾਰ ਮੁੱਕਣ ਉੱਤੇ ਸਰੋਤਿਆਂ ਨੇ ਕਵੀਆਂ ਦਾ 5 ਮੀਲ ਤੱਕ ਪਿੱਛਾ ਕੀਤਾ। ਜਦੋਂ ਮੈਂ ਵਿਦਿਆਰਥੀ ਸਾਂ ਤਾਂ ਉਦੋਂ ਦਰਬਾਰਾਂ ਦਾ ਬੜਾ ਰਿਵਾਜ ਸੀ। ਕਵੀ ਦਰਬਾਰ ਤਾਂ ਹੁੰਦੇ ਹੀ ਸਨ, ਚੁਗਲੀ ਦਰਬਾਰ ਤੇ ਕਹਾਣੀ ਦਰਬਾਰ ਵੀ ਹੋਣ ਲੱਗ ਪਏ ਸਨ। ਦਰਬਾਰ ਕੋਈ ਵੀ ਲੱਗਦਾ ਅੰਤ ਨੂੰ ਸਥਿਤੀ ਇੱਕ ਦੂਜੇ ਨੂੰ ਵੰਗਾਰਨ ਵਾਲੀ ਹੋ ਜਾਂਦੀ। ਉਦੋਂ ਜਦੋਂ ਕੋਈ ਵਿਦਿਆਰਥੀ ਹੋਰ ਕੁਝ ਵੀ ਨਹੀਂ ਸੀ ਬਣ ਸਕਦਾ, ਉਹ ਕਵੀ ਜ਼ਰੂਰ ਬਣ ਜਾਂਦਾ ਸੀ। ਤੇ ਜਦੋਂ ਵੀ ਕੋਈ ਲੜਕੀ ਨਹਾਉਣ ਉਪਰੰਤ ਆਪਣੇ ਵਾਲਾਂ ਨੂੰ ਸਰਦੀਆਂ ਦੀ ਧੁੱਪ ਵਿੱਚ ਸੁਕਾਉਣ ਲਈ ਕੋਠੇ ਉੱਤੇ ਵਿਖਾਈ ਦਿੰਦੀ ਤਾਂ ਆਲੇ ਦੁਆਲੇ ਦੇ ਘਰਾਂ ਵਿੱਚ ਕਈ ਗਾਲਿਬ ਕਲਾਮ ਲਿਖਣ ਲੱਗ ਪੈਂਦੇ। ਕਾਲਜ ਵਿੱਚ ਅਸੀਂ ਜਦੋਂ ਵੀ ਕਿਸੇ ਵਿਦਿਆਰਥੀ ਨੂੰ ਇਕੱਲਿਆਂ ਆਪਣੇ ਵੱਲ ਆਉਂਦਿਆਂ ਵੇਖਦੇ ਤਾਂ ਸਮਝ ਜਾਂਦੇ ਕਿ ਇਹ ਆਪਣਾ ਕਲਾਮ ਸੁਣਾਉਣ ਲਈ ਸਰੋਤਿਆਂ ਦੀ ਭਾਲ ਵਿੱਚ ਨਿਕਲਿਆ ਹੋਇਆ। ਉਦੋਂ ਰੂਬਰੂ ਪ੍ਰੋਗਰਾਮ ਨਹੀਂ ਸਨ ਹੁੰਦੇ। ਕਾਲਜ ਦੇ ਦੂਜੇ ਸਾਲ ਅਸੀਂ ਇੱਕ ਕਹਾਣੀ ਦਰਬਾਰ ਕਰਵਾਇਆ। ਉੱਥੇ ਉਹ ਕਹਾਣੀਆਂ ਪੜ੍ਹੀਆਂ ਗਈਆਂ ਜਿਹੜੀਆਂ ਆਪ ਨਹੀਂ ਬੋਲਦੀਆਂ ਸਨ, ਪਰ ਜਿਨ੍ਹਾਂ ਦੇ ਲਿਖਣ ਵਾਲੇ ਚੁੱਪ ਨਹੀਂ ਸਨ ਕਰਦੇ। ਕਹਾਣੀ ਦਰਬਾਰ ਵਿੱਚ ਪੜ੍ਹੀਆਂ ਗਈਆਂ ਬਹੁਤੀਆਂ ਕਹਾਣੀਆਂ ਦੇ ਅੰਤ ਸੁਖਦਾਇਕ ਸਨ, ਕਿਉਂਕਿ ਹਰ ਕਹਾਣੀ ਮੁੱਕਣ ਉੱਤੇ ਸਰੋਤਿਆਂ ਨੂੰ ਸੁੱਖ ਦਾ ਸਾਹ ਆਉਂਦਾ ਸੀ। ਕਈ ਕਹਾਣੀਆਂ ਸਰੋਤਿਆਂ ਦੇ ਮਨ ਤੇ ਮਾਤਾ ਦੇ ਦਾਗਾਂ ਵਾਂਗ ਡੂੰਘੀ ਛਾਪ ਵੀ ਲਾ ਗਈਆਂ। ਜਦੋਂ ਇੱਕ ਕਹਾਣੀਕਾਰਾ ਨੇ ਆਪਣੇ ਇੱਕ ਪਾਤਰ ਦੇ ਦਿਲ ਦੇ ਫੋੜੇ ਫਿਣਸੀਆਂ ਬਿਆਨ ਕਰਨੇ ਸ਼ੁਰੂ ਕੀਤੇ ਤਾਂ ਸਰੋਤਿਆਂ ਨੇ ਅੱਖਾਂ ਬੰਦ ਕਰਕੇ ਆਨੰਦ ਮਾਣਿਆ। ਸੁਣਨ ਉਪਰੰਤ ਇੱਕ ਸਰੋਤੇ ਨੇ ਦੂਜੇ ਸਰੋਤਿਆਂ ਵਾਂਗ ਆਪਣੀ ਵਿਸ਼ੇਸ਼ੱਗ ਰਾਏ ਦਿੰਦਿਆਂ ਕਿਹਾ ਕਿ ਲੇਖਕਾਂ ਨੂੰ ਆਪਣੀ ਕਹਾਣੀ ਦਾ ਅੰਤ ਦੀਆ ਸਲਾਈ ਦੀ ਤੀਲੀ ਬਾਲ ਕੇ ਕਰਨਾ ਚਾਹੀਦਾ ਸੀ। ਪ੍ਰਧਾਨ ਜੀ ਨੇ ਕਿਹਾ, ਧਿਆਨ ਦਿਓ, ਲੇਖਿਕਾ ਆਪਣੀ ਕਹਾਣੀ ਵਿੱਚ ਜਜ਼ਬਿਆਂ ਦੀ ਅੱਗ ਬਾਲ ਰਹੀ ਹੈ। ਇਹਦੇ ਉੱਤਰ ਵਿੱਚ ਇੱਕ ਹੋਰ ਕਹਾਣੀ ਲੇਖਕਾਂ ਨੇ ਕਿਹਾ ਕਿ ਕਹਾਣੀ ਵਿੱਚ ਅੱਗ ਬਾਲਣ ਦੀ ਥਾਂ ਚੰਗਾ ਹੁੰਦਾ ਜੇ ਅੱਗ ਵਿੱਚ ਕਹਾਣੀ ਬਾਲੀ ਜਾਂਦੀ। ਇਸ ਉੱਤੇ ਇੱਕ ਪੁਰਸ਼ ਸਰੋਤੇ ਨੇ ਬੜੀ ਇਤਰਾਜ਼ਯੋਗ ਗੱਲ ਕਹੀ ਕਿ ਇਹ ਕਹਾਣੀ ਸੁਣਨ ਉਪਰੰਤ ਉਹਨੇ ਫੈਸਲਾ ਕੀਤਾ ਹੈ ਕਿ ਉਹ ਕੇਵਲ ਇਸਤਰੀਆਂ ਦੀਆਂ ਲਿਖੀਆਂ ਕਹਾਣੀਆਂ ਹੀ ਪੜ੍ਹੇਗਾ। ਇਸ ਉੱਤੇ ਇੱਕ ਹੋਰ ਸਰੋਤਾ ਬੋਲਿਆ, ਇਹ ਤਾਂ ਤੁਸੀਂ ਦੱਸਿਆ ਹੀ ਨਹੀਂ ਕਿ ਤੁਸੀਂ ਇਸਤਰੀ ਹੋ ਕਿ ਪੁਰਸ਼। ਤੇ ਦੋਵੇਂ ਸਰੋਤੇ ਇੱਕ ਦੂਜੇ ਨੂੰ ਵੰਗਾਰਨ ਲੱਗ ਪਏ। ਇਸੇ ਕਹਾਣੀ ਦਰਬਾਰ ਵਿੱਚ ਜਦੋਂ ਇੱਕ ਕਹਾਣੀਕਾਰ ਨੇ ਇਤਰਾਜ਼ ਕੀਤਾ ਕਿ ਉਸ ਨੂੰ
ਉਸ ਦੀ ਯੋਗਤਾ ਦੇ ਆਧਾਰ 'ਤੇ ਮਾਣ ਭੱਤਾ ਕਿਉਂ ਨਹੀਂ ਦਿੱਤਾ ਜਾ ਰਿਹਾ, ਤਾਂ ਪ੍ਰਬੰਧਕਾਂ ਨੇ ਬੜੀ ਨਿਮਰਤਾ ਨਾਲ ਕਿਹਾ, ਸਾਨੂੰ ਤੁਹਾਡੀ ਯੋਗਤਾ ਦਾ ਪੂਰਾ ਗਿਆਨ ਹੈ, ਪਰ ਸਾਡੀ ਮਜਬੂਰੀ ਹੈ ਕਿ ਅਸੀਂ ਦਿੱਤੇ ਜਾਣ ਵਾਲੇ ਮਾਣ ਭੱਤੇ ਤੋਂ ਘੱਟ ਦੇ ਨਹੀਂ ਸਕਦੇ। ਜਿਵੇਂ ਅਕਸਰ ਹੁੰਦਾ ਹੀ ਹੈ, ਪ੍ਰਧਾਨ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਭ ਦੀ ਪ੍ਰਸ਼ੰਸਾ ਕਰਦਿਆਂ ਸਭ ਤੋਂ ਲੰਮੀ ਕਹਾਣੀ ਪੜ੍ਹਨ ਵਾਲੇ ਕਹਾਣੀਕਾਰ ਦੀ ਸਰਾਹਨਾ ਕਰਦਿਆਂ ਕਿਹਾ ਕਿ ਲੇਖਕ ਆਪਣੀ ਲੰਮੀ ਤੇ ਵਿਸ਼ਾਲ ਜ਼ਿੰਦਗੀ ਦਾ ਸਾਰਾ ਅਨੁਭਵ ਜੇ ਕਿਸੇ ਮਿੰਨੀ ਕਹਾਣੀ ਵਿੱਚ ਪੇਸ਼ ਕਰੇ ਤਾਂ ਉਹ ਰਚਨਾ ਨਿਸ਼ਚੇ ਹੀ ਇੱਕ ਸ਼ਾਹਕਾਰ ਹੋਵੇਗੀ। ਜਦੋਂ ਮੈਂ ਵਿਦਿਆਰਥੀ ਤੋਂ ਅਧਿਆਪਕ ਬਣ ਗਿਆ ਤਾਂ ਮੈਨੂੰ ਗਿਆਨ ਹੋਇਆ ਕਿ ਕਿਸੇ ਬੋਲੀ ਦੇ ਜਿਉਂਦੇ ਹੋਣ ਦਾ ਪ੍ਰਮਾਣ ਇਹ ਹੁੰਦਾ ਹੈ ਕਿ ਉਸ ਵਿੱਚ ਸਾਹਿਤ ਭਾਵੇਂ ਨਾ ਹੋਵੇ, ਪਰ ਉਸ ਸਾਹਿਤ ਦਾ ਮੁਲਾਂਕਣ ਕਰਨ ਲਈ ਸੈਮੀਨਾਰ ਹੋਣੇ ਜ਼ਰੂਰੀ ਹਨ। ਅਸੀਂ ਵੀ ਇੱਕ ਸੈਮੀਨਾਰ ਕੀਤਾ ਜਿਹੜਾ ਮਹਾਨ ਸੈਮੀਨਾਰ ਬਣਦਾ ਇਸ ਕਰਕੇ ਰਹਿ ਗਿਆ ਕਿਉਂਕਿ ਸੈਮੀਨਾਰ 'ਚ ਭਾਗ ਲੈਣ ਵਾਲੇ ਇੱਕ ਵਿਦਵਾਨ ਦਾ ਕੰਬਲ ਗੁਆਚ ਗਿਆ ਸੀ। ਉਸਨੇ ਆਪਣਾ ਪੇਪਰ ਪੜ੍ਹਨ ਦੀ ਥਾਂ ਕੰਬਲ ਦੀ ਸਮੱਸਿਆ ਨੂੰ ਪੂਰੇ ਵਿਸਥਾਰ ਨਾਲ ਪੇਸ਼ ਕਰਦਿਆਂ ਕਿਹਾ ਕਿ ਬੋਲੀ ਦਾ ਅਗਲੇਰਾ ਵਿਕਾਸ ਤਾਂ ਹੀ ਹੋਏਗਾ ਜੇ ਉਸਦੇ ਕੰਬਲ ਦੇ ਸਾਰੇ ਪੱਖਾਂ ਨੂੰ ਵਿਸਥਾਰ ਵਿੱਚ ਵਿਚਾਰਿਆ ਜਾਏ। ਪ੍ਰਬੰਧਕਾਂ ਨੇ ਉਸਨੂੰ ਕਿਹਾ ਕਿ ਉਸਦੇ ਕੰਬਲ ਦਾ ਮੁਆਵਜ਼ਾ ਦੇਣ ਉੱਤੇ ਲੇਖਾ ਸ਼ਾਖਾ ਇਤਰਾਜ਼ ਕਰੇਗੀ, ਤਾਂ ਉਹਨੇ ਬਾਹਾਂ ਨੀਵੀਆਂ ਕਰਕੇ ਇੱਕ ਮਹੱਤਵਪੂਰਨ ਨੁਕਤਾ ਉਠਾਉਂਦਿਆਂ ਕਿਹਾ ਕਿ ਕੰਬਲ ਦਾ ਪ੍ਰਬੰਧ ਨਹੀਂ ਕਰ ਸਕਦੇ ਤਾਂ ਸੈਮੀਨਾਰ ਹੀ ਕਿਉਂ ਕਰਵਾਉਂਦੇ ਹੋ। ਉਸਨੇ ਆਪਣੀ ਆਵਾਜ਼ ਨੂੰ ਹੋਰ ਲੈਮਈ ਬਣਾਉਂਦਿਆਂ ਕਿਹਾ ਕਿ ਮੈਂ ਪਿਛਲੇ ਮਹੀਨੇ ਵੀ ਇੱਕ ਸੈਮੀਨਾਰ 'ਤੇ ਗਿਆ ਸਾਂ। ਉਹ ਸੈਮੀਨਾਰ ਬੜਾ ਸਫਲ ਸੀ ਕਿਉਂਕਿ ਉੱਥੇ ਜਦੋਂ ਮੇਰਾ ਕੰਬਲ ਗੁਆਚ ਗਿਆ ਸੀ ਤਾਂ ਪ੍ਰਬੰਧਕਾਂ ਨੇ ਗੁਆਚੇ ਕੰਬਲ ਦਾ ਮੁਆਵਜ਼ਾ ਦਿੱਤਾ ਸੀ। ਇਸੇ ਸੈਮੀਨਾਰ ਵਿੱਚ ਸਿਲਾਈ ਕਢਾਈ ਦੀ ਡੂੰਘੀ ਸੂਝ ਰੱਖਣ ਵਾਲੇ ਇੱਕ ਆਲੋਚਕ ਨੇ ਸ਼ਬਦਾਂ ਦੀ ਫੁਲਕਾਰੀ ਪੇਸ਼ ਕਰਦੇ ਹੋਏ ਕਿਹਾ ਕਿ ਸਾਹਿਤਕਾਰ ਇਹੋ ਜਿਹੇ ਹੋਣੇ ਚਾਹੀਦੇ ਹਨ ਜਿਹੜੇ ਚਲਦੀ ਮਸ਼ੀਨ ਦੀ ਸੂਈ ਵਿੱਚ ਧਾਗਾ ਪਾ ਲੈਣ। ਜਦੋਂ ਸੈਮੀਨਾਰ ਖਤਮ ਹੋਇਆ ਤਾਂ ਇਸੇ ਆਲੋਚਕ ਨੇ ਬਾਜ਼ਾਰ ਜਾਣ ਦੀ ਇੱਛਾ ਪ੍ਰਗਟ ਕੀਤੀ, ਜਿੱਥੋਂ ਉਸਨੇ ਆਪਣੀ ਪੈਂਟ ਲਈ ਨਵੀਂ ਬੈਲਟ ਖਰੀਦਣੀ ਸੀ। ਉਹਨਾਂ ਦੇ ਸੁੱਖ ਆਰਾਮ ਦਾ ਪ੍ਰਬੰਧਕ ਹੋਣ ਕਰਕੇ ਮੈਨੂੰ ਨਾਲ ਜਾਣਾ ਪਿਆ। ਉਹਨਾਂ ਦੀ ਮੇਚ ਦੀ ਬੈਲਟ ਕਿੱਧਰੋਂ ਨਾ ਮਿਲਣੀ ਸੀ ਨਾ ਮਿਲੀ। ਉਹਨਾਂ ਦੇ ਗਲੇ ਤੋਂ ਉਤਲਾ ਹਿੱਸਾ ਤਾਂ ਵੀਰਾਨ ਹੀ ਸੀ, ਪਰ ਥਲਵਾਂ ਹਿੱਸਾ ਮੱਧ ਪ੍ਰਦੇਸ਼ ਵਾਂਗ ਬਹੁਤ ਵਿਸ਼ਾਲ ਸੀ। ਉਹਨਾਂ ਨੂੰ ਮੈਂ ਨਿਮਰਤਾ ਨਾਲ ਕਿਹਾ ਕਿ ਸੂਟਕੇਸਾਂ ਦੀ ਦੁਕਾਨ ਉੱਤੇ ਚੱਲਦੇ ਹਾਂ, ਉੱਥੋਂ ਬਿਸਤਰੇ ਬੰਨ੍ਹਣ ਦੀ ਬੈਲਟ ਮਿਲ ਜਾਏਗੀ। ਅਸੀਂ ਜਾ ਰਹੇ ਸਾਂ ਕਿ ਉਹਨਾਂ ਨੇ ਇਸ਼ਾਰਾ ਸੱਜੇ ਮੁੜਨ ਦਾ ਕੀਤਾ ਤੇ ਮੁੜ ਖੱਬੇ ਗਏ ਤੇ ਅੱਗੋਂ ਜੋ ਹੁੰਦਾ ਹੈ ਬਿਲਕੁਲ ਉਵੇਂ ਹੋਇਆ। ਦੂਜੇ ਐਤਵਾਰ ਮੈਨੂੰ ਉਹਨਾਂ ਦੇ ਭੋਗ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨੇ ਪਏ ਤੇ ਸਾਹਿਤ ਨੂੰ ਪੈਣ ਵਾਲੇ ਘਾਟੇ 'ਤੇ ਵਿਰਲਾਪ ਕਰਨਾ ਪਿਆ। ਵਿੱਦਿਆ ਦੇ ਖੇਤਰ ਨਾਲ ਸੰਬੰਧਿਤ ਹੋਣ ਕਰਕੇ ਮੇਰਾ ਭਾਂਤ-ਭਾਂਤ ਦੇ ਅਨਪੜ੍ਹਾਂ ਨਾਲ ਵਾਹ ਪੈਂਦਾ ਹੈ। ਮੈਂ ਕਈ ਅਜਿਹੇ ਵਿੱਦਿਅਕ ਮਾਹਿਰਾਂ ਨੂੰ ਜਾਣਦਾ ਹਾਂ ਜਿਹੜੇ ਕੁਰਸੀ ਨਾਲ ਜੁੜ ਕੇ ਕੁਰਸੀ ਜਿੰਨੇ ਹੋ ਗਏ ਹਨ। ਉਹਨਾਂ ਵਿੱਚੋਂ ਬਹੁਤੇ ਜ਼ਿੰਦਗੀ ਪਹਿਲੇ ਗੇਅਰ ਵਿੱਚ ਹੀ ਜਿਉਂਦੇ ਹਨ। ਉਹਨਾਂ ਵਿੱਚੋਂ ਇੱਕ ਨਾਲ ਮੇਰਾ ਕੁਝ ਵਧੇਰੇ ਮੇਲ ਗੇਲ ਹੈ। ਉਹ ਪੜ੍ਹਾਉਂਦੇ ਸਰੀਰਕ ਵਿਗਿਆਨ ਹਨ ਪਰ ਰਚਦੇ ਸਾਹਿਤ ਹਨ। ਉਹ ਸੰਕਲਪ ਨੂੰ ਸਕਲੰਪ ਕਹਿੰਦੇ ਹਨ। ਆਪਣੀ ਪਤਨੀ ਨਾਲ ਉਹ ਪਤੀ ਵਾਂਗ ਘੱਟ ਤੇ ਪ੍ਰੇਮੀ ਵਾਂਗ ਵਧੇਰੇ ਪੇਸ਼ ਆਉਂਦੇ ਹਨ। ਉਹਨਾਂ ਦੀ ਪਤਨੀ ਨੇ ਇੱਕ ਦਿਨ ਦੱਸਿਆ ਕਿ ਜਦੋਂ ਵਿਆਹ ਦੇ ਪੱਖੋਂ ਪਿਛੜ ਗਈ ਤਾਂ ਉਹਨੇ ਸੱਚੀ ਮੁੱਚੀ ਕਈ ਪਾਪੜ ਵੇਲੇ। ਉਹ ਦੱਸਦੀ ਹੈ ਕਿ ਉਹਨੇ ਦੂਜਿਆਂ ਦੀ ਸਿਹਤ ਉੱਤੇ ਬਹੁਤ ਚੰਗਾ ਅਸਰ ਪਾਇਆ ਹੈ। ਉਹ ਜਦੋਂ ਕਿਸੇ ਜਵਾਨ ਨੂੰ ਪੁੱਛਦੀ, ਜੇ ਵਿਆਹ ਨਹੀਂ ਹੋਇਆ ਤਾਂ ਮੇਰੇ ਨਾਲ ਕਰਵਾ ਲੈ, ਦੱਸ ਕਰਵਾਏਂਗਾ, ਤਾਂ ਉਹ ਜਵਾਨ ਲੰਮੀ ਦੌੜ ਲਾਉਣ ਲੱਗ ਪੈਂਦਾ। ਜਦੋਂ ਉਹਦਾ ਵਿਆਹ ਨਹੀਂ ਸੀ ਹੋਇਆ ਤਾਂ ਉਹ ਉਸੇ ਵਿਅਕਤੀ ਵਿੱਚ ਦਿਲਚਸਪੀ ਲੈਂਦੀ ਸੀ ਜਿਹੜਾ ਉਸ ਨਾਲ ਵਿਆਹ ਦੀਆਂ ਗੱਲਾਂ ਕਰੇ। ਅੰਤ ਨੂੰ ਉਹਨੇ ਰੱਬ ਅੱਗੇ ਅਰਦਾਸ ਕੀਤੀ ਸੀ, ਹੇ ਰੱਬ ਜੀ, ਮੈਂ ਤੁਹਾਡੇ ਤੋਂ ਆਪਣੇ ਵਾਸਤੇ ਕੁਝ ਨਹੀਂ ਮੰਗਦੀ, ਮੇਰੀ ਮਾਂ ਨੂੰ ਇੱਕ ਜਵਾਈ ਦੀ ਦਾਤ ਦੇ ਕੇ ਨਿਹਾਲ ਕਰੋ। ਵਿਆਹ ਉਪਰੰਤ ਪਹਿਲੀ ਰਾਤ ਹੀ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਸਾਰੀ ਦੁਨੀਆ ਵੇਖਣਾ ਚਾਹੁੰਦੀ ਹੈ ਤੇ ਉਹਦਾ ਪਤੀ ਅਗਲੇ ਹੀ ਦਿਨ ਬਾਜ਼ਾਰੋਂ ਦੁਨੀਆ ਦਾ ਨਕਸ਼ਾ ਲੈ ਆਇਆ ਸੀ। ਭੋਜਨ ਪਕਾਉਣ ਵਿੱਚ ਉਹਦਾ ਕੋਈ ਜਵਾਬ ਨਹੀਂ। ਇੱਕ ਵਾਰੀ ਪਤੀ ਨੂੰ ਖਾਣਾ ਖਵਾਉਣ ਉਪਰੰਤ ਜਦੋਂ ਉਸਨੇ ਲਾਡ ਨਾਲ ਪੁੱਛਿਆ, ਜੇ ਮੈਂ ਇਹੋ ਜਿਹਾ ਸਵਾਦੀ ਖਾਣਾ ਕੱਲ੍ਹ ਫੇਰ ਬਣਾਵਾਂ ਤਾਂ ਕੀ ਇਨਾਮ ਮਿਲੇਗਾ, ਪਤੀ ਨੇ ਗੰਭੀਰ ਹੋ ਕੇ ਕਿਹਾ ਸੀ, ਮੇਰੇ ਬੀਮੇ ਦੀ ਰਕਮ। ਜਦੋਂ ਉਹ ਇੱਕ ਦੂਜੇ ਨੂੰ ਚੁੰਮਦੇ ਹਨ ਤਾਂ ਅਕਸਰ ਇੱਕ ਨੂੰ ਨਿੱਛ ਆ ਜਾਂਦੀ ਹੈ ਤੇ ਦੂਜੇ ਨੂੰ ਉਬਾਸੀ। ਪਤੀ ਜੋ ਵੀ ਰਚਨਾ ਲਿਖਦਾ ਹੈ ਉਹ ਮੈਨੂੰ ਵਿਖਾਉਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਸੁਣਾਉਂਦਾ ਹੈ ਤੇ ਪਤਨੀ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਂਦਾ ਹੈ। ਉਬਾਸੀਆਂ ਮੂੰਹ ਬੰਦ ਹੀ ਨਹੀਂ ਹੋਣ ਦਿੰਦੀਆਂ।
ਉਹ ਆਪਣੇ ਪਤੀ ਨੂੰ ਕਿਹਾ ਕਰਦੀ ਹੈ, ਭਾਵੇਂ ਤੁਸੀਂ ਮੇਰਾ ਆਤਮਘਾਤ ਕਰ ਦਿਓ ਪਰ ਮੈਨੂੰ ਪਿਆਰ ਕਰਦੇ ਰਹਿਣਾ। ਉਹ ਜਿਸ ਸ਼ਹਿਰ ਰਹਿੰਦੇ ਹਨ ਉੱਥੇ ਰੌਣਕ ਵਾਲੀ ਥਾਂ ਚਿੜੀਆ ਘਰ ਵੀ ਹੈ। ਉਹ ਜਦੋਂ ਵੀ ਚਿੜੀਆ ਘਰ ਜਾਂਦੇ ਹਨ ਤਾਂ 2-2 ਟਿਕਟਾਂ ਲੈਂਦੇ ਹਨ, ਇੱਕ ਅੰਦਰ ਜਾਣ ਲਈ ਅਤੇ ਇੱਕ ਬਾਹਰ ਆਉਣ ਲਈ। ਜੇ ਉਹ ਸਵਾਰੀ ਗੱਡੀ ਉੱਤੇ ਬਹਿ ਜਾਣ ਤਾਂ ਉਹ ਮਾਲ ਗੱਡੀ ਬਣ ਜਾਂਦੀ ਹੈ। ਪਤਨੀ ਚੁੱਪ ਦਾ ਦਾਨ ਉਦੋਂ ਹੀ ਬਖਸ਼ਦੀ ਹੈ ਜਦੋਂ ਉਸਦੀ ਮਾਂ ਬੋਲਣ ਲੱਗ ਪਵੇ। ਇਸੇ ਕਰਕੇ ਜਦੋਂ ਡਾਕਟਰ ਪਤੀ ਨੂੰ ਆਰਾਮ ਕਰਨ ਦਾ ਮਸ਼ਵਰਾ ਦਿੰਦਾ ਹੈ ਤਾਂ ਪਤਨੀ ਨੂੰ ਨੀਂਦ ਦੀਆਂ ਗੋਲੀਆਂ ਜ਼ਰੂਰ ਦਿੰਦਾ ਹੈ। ਸਾਹਿਬ ਭਾਸ਼ਾਵਾਂ ਦੇ ਵਿਦਵਾਨ ਵੀ ਹਨ। ਉਹਨਾਂ ਨੂੰ ਸੰਸਾਰ ਦੀਆਂ 30 ਭਾਸ਼ਾਵਾਂ ਦੇ ਨਾਂ ਆਉਂਦੇ ਹਨ। ਉਹ ਅਕਸਰ ਸਫ਼ਰ 'ਤੇ ਰਹਿੰਦੇ ਹਨ। ਜਦੋਂ ਵੀ ਸਫ਼ਰ 'ਤੇ ਨਿਕਲਦੇ ਹਨ ਤਾਂ ਆਪਣੀ ਪੈਂਟ ਦੀ ਪਿਛਲੀ ਜੇਬ ਵਿੱਚ ਉਹ ਇੱਕ ਮੋਟਾ ਪੁਰਾਣਾ ਖਾਲੀ ਬਟੂਆ ਪਾ ਕੇ ਜਾਂਦੇ ਹਨ, ਜਿਸ ਵਿਚਲੇ ਕਾਗਜ਼ ਉੱਤੇ ਲਿਖਿਆ ਹੁੰਦਾ ਹੈ ਕਿ ਇਹ ਬਟੂਆ ਜੇਬ ਕਤਰਿਆਂ ਦੇ ਅਭਿਆਸ ਲਈ ਹੈ। ਉਹ ਜਿੱਥੇ ਵੀ ਹੋਣ ਉੱਥੇ ਹੀ ਰੌਣਕ ਮੇਲਾ ਲਾ ਦਿੰਦੇ ਹਨ। ਇੱਕ ਵਾਰੀ ਉਹਨਾਂ ਨੇ ਭਰੀ ਹੋਈ ਬੱਸ 'ਚ ਕਿਹਾ, ਜੇ ਕਿਸੇ ਦੇ 5000 ਰੁਪਏ ਇੱਕ ਲਿਫਾਫੇ ਵਿੱਚ ਗੁਆਚੇ ਹੋਣ ਤਾਂ ਹੱਥ ਖੜਾ ਕਰੋ। 3 ਵਿਅਕਤੀਆਂ ਨੇ ਹੱਥ ਖੜਾ ਕੀਤਾ, ਪਰ ਉਹਨਾਂ ਵਿੱਚੋਂ 5000 ਹੀ ਇੱਕ ਹੀ ਲੱਗਦਾ ਸੀ। ਉਹਨੇ ਕਿਹਾ ਕਿ ਪੂਰੀ ਰਕਮ 5003 ਰੁਪਏ ਹੈ, ਤੁਹਾਨੂੰ ਗਿਣਨ ਵਿੱਚ ਗਲਤੀ ਲੱਗੀ ਹੈ। ਤਾਂ ਸਾਹਿਬ ਨੇ ਜਵਾਬ ਦਿੱਤਾ, ਤੁਸੀਂ ਠੀਕ ਕਹਿੰਦੇ ਹੋ, ਪਰ ਅਜੇ ਤਾਂ ਲਿਫਾਫਾ ਹੀ ਲੱਭਾ ਹੈ। ਹਾਲ ਦੀ ਘੜੀ ਇਹਨੂੰ ਰੱਖ ਲਓ। ਇਹ ਗੱਲ ਉਹਨਾਂ ਨੇ ਆਪਣੀ ਇੱਕ ਕਹਾਣੀ ਵਿੱਚ ਵੀ ਪੇਸ਼ ਕੀਤੀ ਹੈ। ਮੇਰਾ ਦੁਰਭਾਗ ਇਹ ਹੈ ਕਿ ਮੈਂ ਜਿਨ੍ਹਾਂ ਨੂੰ ਵੀ ਜਾਣਦਾ ਹਾਂ ਉਹ ਜਾਂ ਤਾਂ ਆਪਣੀ ਪਤਨੀਆਂ ਤੋਂ ਤੰਗ ਹਨ ਜਾਂ ਆਪਣੀ ਪਤਨੀਆਂ ਨੂੰ ਤੰਗ ਕਰਦੇ ਰਹਿੰਦੇ ਹਨ। ਮੇਰੇ ਦੂਜੇ ਪਾਸੇ ਦੇ ਗੁਆਂਢ ਵਿੱਚ ਵੱਡੇ ਅਹੁਦੇ ਉੱਤੇ ਲੱਗੀ ਇੱਕ ਮਹਿਲਾ ਅਫਸਰ ਰਹਿੰਦੀ ਹੈ, ਜਿਸ ਦੀਆਂ ਅੱਖਾਂ ਦਾ ਆਪਸ ਵਿੱਚ ਬੜਾ ਪਿਆਰ ਹੈ, ਕਿਉਂਕਿ ਉਹਦੀ ਸੱਜੀ ਅੱਖ ਹਰ ਵੇਲੇ ਉਹਦੀ ਖੱਬੀ ਅੱਖ ਨੂੰ ਵੇਖਦੀ ਰਹਿੰਦੀ ਹੈ। ਇੱਕ ਵਾਰ ਆਪਣੇ ਦੌਰੇ ਦੌਰਾਨ ਉਹ ਸਾਨੂੰ ਪਿੰਡ ਦਾ ਸੱਭਿਆਚਾਰ ਵਿਖਾਉਣ ਲੈ ਗਈ। ਜਦੋਂ ਅਸੀਂ ਇੱਕ ਖੇਤ ਵਿੱਚ ਪਹੁੰਚੇ ਤਾਂ ਉਹਨੂੰ ਵੇਖ ਕੇ ਪੰਛੀ ਇੰਨੇ ਡਰ ਗਏ ਕਿ ਖੇਤ ਵਿੱਚੋਂ ਜਿਹੜੇ ਦਾਣੇ ਉਹਨਾਂ ਨੇ ਪਿਛਲੇ ਸਾਲ ਦੌਰਾਨ ਚੁਗੇ ਸਨ ਉਹ ਵੀ ਸਾਰੇ ਵਾਪਸ ਲੈ ਕੇ ਆ ਗਏ। ਉਹਦੀ ਸੁੰਦਰਤਾ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹ ਜਵਾਨ ਸੀ ਤਾਂ ਦਰਜਨਾਂ ਜਵਾਨ ਉਹਦੇ ਕਦਮਾਂ 'ਤੇ ਝੁਕੇ ਰਹਿੰਦੇ ਸਨ, ਅਤੇ ਜਦੋਂ ਕੋਈ ਉਹਦਾ ਚਿਹਰਾ ਵੇਖਣ ਦੀ ਹਿੰਮਤ ਕਰਦਾ ਉਹ ਵੇਖ ਕੇ ਫਿਰ ਝੁਕ ਜਾਂਦਾ ਸੀ। ਕਹਿੰਦੇ ਹਨ ਉਹਦੇ ਪਤੀ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੇ ਜਸ਼ਨ ਵਿੱਚ 2 ਮਿੰਟ ਦਾ ਮੌਨ ਧਾਰਿਆ ਸੀ। ਇੱਕ ਵਾਰੀ ਉਹਨਾਂ ਦੇ ਘਰ ਚੋਰ ਆ ਗਏ ਸਨ ਤਾਂ ਉਹਨੇ ਸੁੱਤੇ ਪਤੀ ਨੂੰ ਹਲੂਣ ਕੇ ਜਗਾ ਕੇ ਕਿਹਾ ਸੀ, ਵੇਖੋ ਰਸੋਈ ਵਿੱਚ ਚੋਰ ਹੈ, ਬਚਾਓ। ਤਾਂ ਉਹਨੇ ਕਿਹਾ ਸੀ, ਹੁਣ ਮੈਂ ਚੋਰ ਨੂੰ ਕਿਵੇਂ ਬਚਾ ਸਕਦਾ। ਮੇਰੇ ਇੱਕ ਮਿੱਤਰ ਪ੍ਰੋਫੈਸਰ ਹਨ ਜਿਹੜੇ ਕੋਈ ਕਿਤਾਬ ਪੜ੍ਹਨ ਤੋਂ ਪਹਿਲਾਂ ਉਸ ਦਾ ਰਿਵਿਊ ਲਿਖਦੇ ਹਨ। ਉਹਨਾਂ ਨੇ ਨਾਵਲ ਲਿਖੇ ਹਨ ਜਿਹੜੇ ਪਹਿਲੀ ਸ਼੍ਰੇਣੀ ਦੇ ਨਾਵਲਾਂ ਵਜੋਂ ਪ੍ਰਸਿੱਧ ਹਨ। ਉਹਨਾਂ ਦੇ ਨਾਵਲਾਂ ਨੂੰ ਉਹੀ ਪਾਠਕ ਪੜ੍ਹਦੇ ਹਨ ਜਿਨ੍ਹਾਂ ਨੇ ਘੱਟੋ ਘੱਟ ਪਹਿਲੀ ਸ਼੍ਰੇਣੀ ਜ਼ਰੂਰ ਪਾਸ ਕੀਤੀ ਹੁੰਦੀ ਹੈ। ਉਹਨਾਂ ਦੇ ਨਾਵਲਾਂ ਦਾ ਇੱਕ ਲਾਭ ਇਹ ਹੈ ਕਿ ਉਹਨਾਂ ਨੂੰ ਪੜ੍ਹਨ ਨਾਲ ਨੀਂਦ ਚੰਗੀ ਆ ਜਾਂਦੀ ਹੈ। ਉਹਨਾਂ ਨੇ ਇੱਕ ਕਾਰ ਵੀ ਰੱਖੀ ਹੋਈ ਹੈ ਜਿਹੜੀ ਜੇ ਸਟਾਰਟ ਹੋ ਜਾਏ ਤਾਂ ਚੱਲ ਵੀ ਪੈਂਦੀ ਹੈ। ਇਹ ਕਾਰ ਖਰੀਦਣ ਉੱਤੇ ਉਹਨਾਂ ਦੇ ਇੱਕ ਸ਼ਰਧਾਲੂ ਨੇ ਕਿਹਾ ਸੀ, ਪ੍ਰੋਫੈਸਰ ਸਾਹਿਬ ਇਹ ਕਾਰ ਪੁਰਾਣੀ ਹੈ, ਇਹਨੂੰ ਵੇਚਣ ਵੇਲੇ ਮੁਸ਼ਕਿਲ ਹੋਏਗੀ। ਪ੍ਰੋਫੈਸਰ ਸਾਹਿਬ ਨੇ ਪੁੱਛਿਆ, ਕੀ ਮੁਸ਼ਕਿਲ ਹੋਏਗੀ? ਸ਼ਰਧਾਲੂ ਨੇ ਕਿਹਾ, ਵੇਚਣ ਵੇਲੇ ਤੁਹਾਨੂੰ ਆਪਣੇ ਨਾਲੋਂ ਵੱਡਾ ਮੂਰਖ ਲੱਭਣਾ ਪਏਗਾ ਜਿਹੜਾ ਤੁਹਾਨੂੰ ਸੌਖਿਆਂ ਨਹੀਂ ਲੱਭਣਾ। ਉਹਨਾਂ ਨੂੰ ਆਪਣੀਆਂ ਪੁਸਤਕਾਂ ਬਾਰੇ ਹੋਣ ਵਾਲੀ ਚਰਚਾ ਚੰਗੀ ਲੱਗਦੀ ਹੈ। ਇੱਕ ਆਲੋਚਕ ਨੇ ਕਿਹਾ ਸੀ ਕਿ ਪਤੰਗ ਸਾਹਿਬ ਦੀਆਂ ਪੁਸਤਕਾਂ ਉਦੋਂ ਹੀ ਪੜ੍ਹੀਆਂ ਜਾਣਗੀਆਂ ਜਦੋਂ ਲੋਕ ਬੁੱਲੇ ਸ਼ਾਹ ਅਤੇ ਵਾਰਸ ਨੂੰ ਭੁੱਲ ਜਾਣਗੇ, ਕਿਉਂਕਿ ਉਹਨਾਂ ਦੀਆਂ ਪੁਸਤਕਾਂ ਵਿੱਚ ਭਾਵਾਂ ਅਤੇ ਵਿਚਾਰਾਂ ਦਾ ਆਤਮਘਾਤੀ ਟਕਰਾਓ ਅਤੇ ਸ਼ਬਦਾਂ ਦਾ ਵੇਗਮਈ ਹੜ੍ਹ ਹੁੰਦਾ ਹੈ। ਸੋ ਪਾਠਕ ਉਹਨਾਂ ਦੀਆਂ ਪੁਸਤਕਾਂ ਪੜ੍ਹ ਕੇ ਤਿਲਕਣ ਲੱਗ ਪੈਂਦੇ ਹਨ। ਇੱਕ ਵਾਰੀ ਉਹਨਾਂ ਨੇ ਸਾਹਿਤ ਰਚਨਾ ਨੂੰ ਕੁੱਲ ਵਕਤੀ ਕਿੱਤਾ ਬਣਾ ਲਿਆ ਅਤੇ ਪਹਿਲੇ ਮਹੀਨਿਆਂ ਵਿੱਚ ਹੀ ਉਹਨਾਂ ਨੂੰ ਆਪਣਾ ਮਕਾਨ, ਘੜੀ, ਕੋਟ, ਭਾਂਡੇ, ਫਰਨੀਚਰ ਸਭ ਕੁਝ ਵੇਚਣਾ ਪੈ ਗਿਆ ਸੀ। ਉਹ ਬੜੇ ਅਜੀਬ ਅਧਿਆਪਕ ਹਨ, ਕਿਉਂਕਿ ਜਦੋਂ ਕਦੀ ਪੜ੍ਹਾਉਂਦੇ ਹਨ ਤਾਂ ਬੜੇ ਅਜੀਬ ਲੱਗਦੇ ਹਨ। ਉਹਨਾਂ ਦੇ ਵਿਆਹ ਸੰਬੰਧੀ ਕਈ ਕਿੱਸੇ ਪ੍ਰਸਿੱਧ ਹਨ। ਉਹਨਾਂ ਦਾ ਵਿਆਹ ਨਾ ਹੁੰਦਾ ਹੋ ਗਿਆ ਸੀ। ਜਦੋਂ ਉਮਰ ਦੇ 4 ਦਹਾਕੇ ਲੰਘ ਜਾਣ ਉੱਤੇ ਉਹਨਾਂ ਦੀ ਕੁੜਮਾਈ ਹੋਈ ਤਾਂ ਵਿਆਹ ਵਾਲੇ ਦਿਨ ਘੋੜੀ ਨਹੀਂ ਮਿਲ ਰਹੀ ਸੀ। ਉਹਨਾਂ ਦੇ ਪਿਤਾ ਨੇ ਜਦੋਂ ਵਿਆਹ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਤਾਂ ਤਰਸ ਖਾਣ ਵਾਲਿਆਂ ਨੇ ਉਹਨਾਂ ਦੇ ਪਿਤਾ ਨੂੰ ਬੇਨਤੀ ਕੀਤੀ ਕਿ ਵਿਆਹ ਅੱਗੇ ਨਾ ਪਾਓ, ਇਉਂ ਕਰਨ ਨਾਲ ਸ਼ਾਇਦ ਮੰਗਣੀ ਟੁੱਟ ਜਾਏ। ਜੇ ਘੋੜੀ ਦੀ ਥਾਂ ਘੋੜਾ ਮਿਲ ਰਿਹਾ ਤਾਂ ਉਹ ਵੀ ਠੀਕ ਹੈ, ਉੱਪਰ ਚਾਦਰ ਜ਼ਰਾ ਲੰਮੀ ਪਾ ਲਾਂਗੇ। ਉਹਨਾਂ ਦੇ ਪਿਤਾ ਨੇ ਲੰਮੀ ਸੋਚ ਦਾ ਪਹਿਲੀ ਵਾਰ ਸਬੂਤ ਦਿੰਦਿਆਂ ਇਹ ਬੇਨਤੀ ਮੰਨ ਲਈ ਸੀ।
ਕਹਿੰਦੇ ਹਨ ਕਿ ਲਾੜਾ ਰਵਾਨਾ ਤਾਂ ਘੋੜੇ ਉੱਤੇ ਹੀ ਹੋਇਆ ਸੀ, ਪਰ ਡੋਲੀ ਐਂਬੂਲੈਂਸ ਵਿੱਚ ਆਈ ਸੀ। ਉਹਨਾਂ ਨੇ ਸਾਰੀ ਉਮਰ ਵਿਦਿਆਰਥੀਆਂ ਨਾਲ ਖੂਬ ਲੁਕਣ ਮੀਟੀ ਖੇਡੀ ਹੈ। ਉਹ ਜਦੋਂ ਰਿਟਾਇਰ ਹੋਣ ਦੀਆਂ ਗੱਲਾਂ ਕਰਦੇ ਹਨ ਤਾਂ ਕਹਿੰਦੇ ਹਨ ਕਿ ਜਿਹੜੀਆਂ ਕਿਤਾਬਾਂ ਪੜ੍ਹਾਉਂਦਾ ਰਿਹਾ ਉਹ ਰਿਟਾਇਰ ਹੋ ਕੇ ਇੱਕ ਵਾਰੀ ਜ਼ਰੂਰ ਪੜ੍ਹਾਂਗਾ। ਇੱਕ ਵਾਰੀ ਜਦੋਂ ਫਿਲਮ ਵੇਖਣ ਲਈ ਸਿਨੇਮੇ ਗਏ ਤਾਂ ਆਪਣੀ ਕਲਾਸ ਵਿਚਲੀ ਆਦਤ ਅਨੁਸਾਰ ਸੌਂ ਗਏ। ਇਹ ਸਿਨੇਮਾ ਸੀ, ਕਲਾਸ ਤਾਂ ਹੈ ਨਹੀਂ ਸੀ ਕਿ ਵਿਦਿਆਰਥੀ ਪਿਛਲੇ ਪਾਸਿਓਂ ਆਰਾਮ ਨਾਲ ਚਲੇ ਜਾਂਦੇ, ਪਰ ਇੱਥੇ ਤਾਂ ਲੋਕ ਪੈਸੇ ਖਰਚ ਕੇ ਆਏ ਸਨ, ਸੋ ਉਹਨਾਂ ਨੇ 3 ਘੰਟੇ ਬਹਿਣਾ ਹੀ ਬਹਿਣਾ ਸੀ। ਸਿਨੇਮੇ ਦੇ ਇੱਕ ਕਰਮਚਾਰੀ ਨੇ ਉਹਨਾਂ ਨੂੰ ਜਗਾ ਕੇ ਕਿਹਾ ਕਿ ਘੁਰਾੜੇ ਨਾ ਮਾਰੋ, ਬਾਕੀਆਂ ਦੀ ਨੀਂਦ ਖਰਾਬ ਹੋ ਰਹੀ ਹੈ। ਮੇਰੇ ਇੱਕ ਹੋਰ ਮਿੱਤਰ ਦੇਸ਼ ਦੇ ਵਿਕਾਸ 'ਚ ਬੜੀ ਦਿਲਚਸਪੀ ਲੈਂਦੇ ਹਨ। ਉਹ ਕਈ ਯੂਨੀਅਨਾਂ ਦੇ ਮੈਂਬਰ ਹਨ ਅਤੇ ਹਰ ਰੋਜ਼ ਕਿਸੇ ਨਾ ਕਿਸੇ ਯੂਨੀਅਨ ਦੀ ਹੜਤਾਲ ਹੋਣ ਕਾਰਨ ਉਹ ਘਰੋਂ ਜਾਣ ਦੀ ਖੇਚਲ ਹੀ ਨਹੀਂ ਕਰਦੇ। ਉਹ 1-1 ਰੁਪਏ ਦੀਆਂ ਲੱਖ ਗੱਲਾਂ ਕਰਦੇ ਹਨ। ਇੱਕ ਦਿਨ ਕਹਿਣ ਲੱਗੇ, ਇਹ ਵਿਚਾਰ ਕਿੰਨੇ ਦਿਨਾਂ ਤੋਂ ਮੇਰੇ ਦਿਮਾਗ 'ਚ ਚੱਕਰ ਲਾ ਰਿਹਾ। ਉਹਨਾਂ ਦੇ ਇੱਕ ਸਾਥੀ ਨੇ ਕਿਹਾ, ਨਿਰਸੰਦੇਹ ਉਹ ਥਾਂ ਖਾਲੀ ਹੋਣ ਕਾਰਨ ਹੀ ਇਹ ਵਿਚਾਰ ਚੱਕਰ ਲਾਈ ਜਾ ਰਿਹਾ। ਉਹਨਾਂ ਨੂੰ ਵੇਖ ਕੇ ਮੇਰਾ ਪੁਨਰ ਜਨਮ ਵਿੱਚ ਵਿਸ਼ਵਾਸ ਹੋ ਗਿਆ, ਕਿਉਂਕਿ ਇੱਕ ਜਨਮ 'ਚ ਕੋਈ ਇੰਨਾ ਮੂਰਖ ਨਹੀਂ ਬਣ ਸਕਦਾ। ਸਾਡੇ ਧਾਰਮਿਕ ਵਿਸ਼ੇ ਦੇ ਮਾਸਟਰ ਜੀ ਨੇ ਬਚਪਨ ਵਿੱਚ ਹੀ ਸਾਡੇ ਹੱਸਣ ਉੱਤੇ ਪਾਬੰਦੀ ਲਾ ਦਿੱਤੀ ਸੀ। ਉਦੋਂ ਤੋਂ ਹੀ ਹੱਸਣ 'ਤੇ ਰੋਕ ਲੱਗੀ ਹੋਈ ਹੈ। ਸਾਡੇ ਧਾਰਮਿਕ ਸਥਾਨਾਂ 'ਤੇ ਤਾਂ ਉੱਕਾ ਹੀ ਹੱਸਿਆ ਨਹੀਂ ਜਾ ਸਕਦਾ ਅਤੇ ਵਿਆਹ ਉਪਰੰਤ ਤਾਂ ਹੱਸਣ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ। ਬਾਲ ਬੱਚੇਦਾਰ ਹੋ ਕੇ ਮਨੁੱਖ ਹਾਸੋਹੀਣਾ ਹੋ ਜਾਂਦਾ ਹੈ। ਜਦੋਂ ਬਾਜ਼ਾਰ ਵਿੱਚ ਜਾਂਦੇ ਹਾਂ, ਚੀਜ਼ਾਂ ਦੀਆਂ ਕੀਮਤਾਂ ਸਾਡੇ ਉੱਤੇ ਹੱਸਦੀਆਂ ਹਨ। ਅਜੋਕੇ ਯੁੱਗ ਵਿੱਚ ਹੱਸਣਾ ਗੱਡੀ ਦੀ ਖਿੜਕੀ ਵਿੱਚੋਂ ਗਰਦਨ ਬਾਹਰ ਕੱਢਣ ਵਾਂਗ ਹੈ। ਪਿੱਛੇ ਜਿਹੇ ਜਦੋਂ ਮੈਨੂੰ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਵੇਖਣ ਦੀ ਬਿਮਾਰੀ ਹੋ ਗਈ ਤਾਂ ਡਾਕਟਰ ਨੇ, ਜਿਹੜਾ ਜਾਪਾਨ ਵਿਚਲੇ ਇੱਕ ਹੱਸਣ ਦੇ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਆਇਆ ਸੀ, ਸੁਝਾਅ ਦਿੱਤਾ ਕਿ ਜਦੋਂ ਕਦੇ ਉਦਾਸ ਹੋ ਜਾਓ ਤਾਂ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਟੇਢਾ ਹੋ ਕੇ ਵੇਖਣ ਲੱਗ ਪਓ। ਤੁਹਾਨੂੰ ਇੰਝ ਲੱਗੇਗਾ ਜਿਵੇਂ ਤਮਾਸ਼ਾ ਵੇਖ ਰਹੇ ਹੋ। ਇਵੇਂ ਤੁਹਾਨੂੰ ਆਪਣੇ ਆਪ ਉੱਤੇ ਹੱਸਣ ਦੀ ਜਾਚ ਆ ਜਾਏਗੀ ਅਤੇ ਜ਼ਿੰਦਗੀ ਦਾ ਬੋਝ ਚੁੱਕਣਾ ਸੌਖਾ ਹੋ ਜਾਏਗਾ। ਉਹਨਾਂ ਨੇ ਇੱਕ ਮੁੱਲਵਾਨ ਉਪਦੇਸ਼ ਇਹ ਦਿੱਤਾ ਸੀ ਕਿ ਜੀਵਨ ਨੂੰ ਰੁੱਕ ਕੇ ਨਾ ਵੇਖੋ, ਜ਼ਿੰਦਗੀ ਨੂੰ ਚਲਦਿਆਂ ਚਲਦਿਆਂ ਵੇਖਣ ਦੀ ਆਦਤ ਪਾਓ। ਧੰਨਵਾਦ।